ਸਾਰੇ ਬੱਚਿਆਂ ਦਾ ਪੰਜਾਬੀ ਦੀ ਜਮਾਤ ਵਿੱਚ ਸਵਾਗਤ ਹੈ। ਲੈਸਨ 19 1857 ਈਸਵੀ ਦੇ ਗਦਰ ਵਿੱਚ ਹਰਿਆਣੇ ਦਾ ਯੋਗਦਾਨ। ਰਿਵਾੜੀ ਰਿਆਸਤ ਦੇ ਕਾਫੀ ਪਿੰਡ ਰਾਓ ਤੁਲਾ ਰਾਮ ਦੇ ਬਜ਼ੁਰਗਾਂ ਪਾਸੋਂ ਅੰਗਰੇਜ਼ਾਂ ਨੇ ਖੋਹ ਲਏ ਸਨ। ਸੰਨ 1857 ਵਿੱਚ ਇੱਥੇ ਵੀ ਬਗਾਵਤ ਹੋਣ ਲੱਗੀ। ਰਾਓ ਤੁਲਾ ਰਾਮ ਨੇ ਵੀ ਬਹਾਦਰ ਸ਼ਾਹ ਜਾਫਰ ਨੂੰ ਪੱਤਰ ਲਿਖ ਕੇ ਵਧਾਈ ਦਿੱਤੀ ਅਤੇ ਸਾਥ ਦੇਣ ਦਾ ਵਾਅਦਾ ਕੀਤਾ। ਉਹਨਾਂ ਨੇ ਤਹਿਸੀਲੀ 'ਤੇ ਕਬਜ਼ਾ ਕਰਕੇ ਖਜ਼ਾਨਾ ਲੁੱਟ ਲਿਆ ਅਤੇ ਦਿੱਲੀ ਦੇ ਬਾਦਸ਼ਾਹ ਦੀ ਤਰਫੋਂ ਆਪਣੇ ਆਪ ਨੂੰ ਰਾਜਾ ਐਲਾਨ ਦਿੱਤਾ। ਉਹਨਾਂ ਨੇ ਰਾਮਪੁਰ ਨੂੰ ਆਪਣੀ ਰਾਜਧਾਨੀ ਬਣਾ ਕੇ 5000 ਫੌਜੀ ਭਰਤੀ ਕਰ ਲਏ। ਦਿੱਲੀ ਦੇ ਅੰਗਰੇਜ਼ਾਂ ਦਾ ਮੁੜ ਕਬਜ਼ਾ ਹੋਇਆ ਹੀ ਜਨਰਲ ਸਾਵਰ ਰਿਵਾੜੀ ਵੱਲ ਚੱਲ ਪਿਆ। ਰਾਓ ਤੁਲਾ ਰਾਮ ਨੇ ਬੜੀ ਹੁਸ਼ਿਆਰੀ ਵਰਤਦੇ ਹੋਏ ਰਾਮਪੁਰ ਛੱਡ ਦਿੱਤਾ ਅਤੇ ਸ਼ੇਖਾਵਾਟੀ ਵਿਖੇ ਬਾਗੀਆਂ ਨੂੰ ਇਕੱਠੇ ਕਰ ਲਿਆ। ਫਿਰ ਅੰਗਰੇਜ਼ ਜਨਰਲ ਗਾਰਡ ਵੱਡੀ ਫੌਜ ਲੈ ਕੇ ਰਿਵਾੜੀ ਆਇਆ। ਇਸ ਲਈ ਖਬਰ ਮਿਲਣ 'ਤੇ ਰਾਓ ਤੁਲਾ ਰਾਮ ਨਾਰਨੌਲ ਦੇ ਮੈਦਾਨ ਵਿੱਚ ਆ ਗਿਆ। ਉਸ ਨਾਲ ਝੱਜਰ ਦੇ ਅਬਦੁਲ ਸਮਦ ਖਾਨ ਭੁੱਟ ਦਾ ਸ਼ਾਹੀਜਾਨਾ ਮੁਹੰਮਦ ਅਜੀਤ ਵੀ ਆਪਣੀਆਂ ਫੌਜਾਂ ਲੈ ਕੇ ਆ ਗਏ। ਦੂਜੇ ਪਾਸੇ ਅੰਗਰੇਜ਼ਾਂ ਕੋਲ ਇੱਕ ਵੱਡੀ ਫੌਜ ਅਤੇ ਤੋਪਖਾਨਾ ਸੀ। ਅੰਗਰੇਜ਼ਾਂ ਦੀ ਮਦਦ ਲਈ ਪੰਜਾਬ ਅਤੇ ਮੁਲਤਾਨ ਦੀਆਂ ਦੇਸੀ ਰਿਆਸਤਾਂ ਦੀਆਂ ਫੌਜਾਂ ਵੀ ਉਹਨਾਂ ਨਾਲ ਸਨ। ਨਸੀਰਪੁਰ ਦੇ ਮੈਦਾਨ ਵਿੱਚ ਬਹੁਤ ਭਾਰੀ ਜੰਗ ਹੋਈ। ਇਸ ਵਿੱਚ ਕਰਨਲ ਗੈਰਾਰਡ ਵੀ ਮਾਰਿਆ ਗਿਆ। ਰਾਓ ਤੁਲਾ ਰਾਮ ਦੇ ਮੁੱਖ ਜਨਰਲ ਰਾਓ ਤੁਲਾ ਰਾਮ ਅਤੇ ਕ੍ਰਿਸ਼ਨ ਗੋਪਾਲ ਵੀ ਸ਼ਹੀਦ ਹੋ ਗਏ, ਪਰ ਰਾਓ ਤੁਲਾ ਰਾਮ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਿਆ। ਉਹ ਰਾਜਸਥਾਨ ਦੇ ਰਿਆਸੀ ਰਾਜਿਆਂ ਪਾਸ ਮਦਦ ਲਈ ਗਏ, ਪਰ ਅੰਗਰੇਜ਼ਾਂ ਦੇ ਡਰ ਕਾਰਨ ਕਿਸੇ ਨੇ ਕੋਈ ਮਦਦ ਨਾ ਕੀਤੀ। ਉਸ ਤੋਂ ਬਾਅਦ ਉਹ ਕਾਲਪੀ ਨਾਂ ਦਾ ਥਾਂ 'ਤੇ ਤਾੜਿਆ ਟੋਪੇ ਨੂੰ ਵੀ ਮਿਲੇ। ਫਿਰ ਉਹ ਬੰਬਈ ਦੇ ਰਸਤੇ ਦੇਸ਼ ਤੋਂ ਬਾਹਰ ਚਲੇ ਗਏ। ਉਹਨਾਂ ਨੇ ਈਰਾਨ, ਰੂਸ ਅਤੇ ਅਫਗਾਨਿਸਤਾਨ ਦੇ ਰਾਜਿਆਂ ਕੋਲ ਵੀ ਮਦਦ ਲੈਣ ਦੀ ਕੋਸ਼ਿਸ਼ ਕੀਤੀ। ਬਿਮਾਰੀ ਕਾਰਨ ਅਫਗਾਨਿਸਤਾਨ ਵਿਖੇ ਹੀ 23 ਦਸੰਬਰ 1863 ਨੂੰ ਰਾਓ ਤੁਲਾ ਰਾਮ ਨੇ ਪ੍ਰਾਣ ਤਿਆਗ ਦਿੱਤੇ। ਉਹਨਾਂ ਦਾ ਬਲੀਦਾਨ ਦਿਵਸ ਹਰਿਆਣਾ ਵਿੱਚ ਸ਼ਹੀਦ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸਰਸਾ ਜ਼ਿਲ੍ਹੇ ਦੀ ਰਾਣੀਆਂ ਰਿਆਸਤ ਦੇ ਨਵਾਬ ਨੂਰ ਮੁਹੰਮਦ ਨੇ ਵੀ ਅੰਗਰੇਜ਼ਾਂ ਵਿਰੁੱਧ ਬਗਾਵਤ ਕੀਤੀ। ਨਵਾਬ ਦੇ 4000 ਫੌਜੀ ਸਨ। ਜ਼ਿਲ੍ਹੇ ਦੇ ਓਡਾ ਪਿੰਡ ਕੋਲ ਉਸ ਦੀ ਅੰਗਰੇਜ਼ਾਂ ਨਾਲ ਲੜਾਈ ਹੋਈ। ਇਸ ਲੜਾਈ ਵਿੱਚ 530 ਫੌਜੀਆਂ ਨੇ ਦੇਸ਼ ਲਈ ਕੁਰਬਾਨੀ ਦਿੱਤੀ। ਨਵਾਬ ਬਚਦਾ ਹੋਇਆ ਲੁਧਿਆਣੇ ਪਹੁੰਚ ਗਿਆ, ਪਰ ਅੰਗਰੇਜ਼ਾਂ ਨੇ ਉਸ ਨੂੰ ਫੜ ਕੇ ਫਾਂਸੀ ਲਾ ਦਿੱਤੀ। ਜ਼ਿਲ੍ਹੇ ਦੇ ਪਿੰਡ ਖੈਰੇ ਕਾਂ ਅਤੇ ਛਤਰੀਆਂ ਦੇ ਲੋਕਾਂ ਨੇ ਵੀ ਅੰਗਰੇਜ਼ਾਂ ਦਾ ਵਿਰੋਧ ਕੀਤਾ ਸੀ। ਅੰਗਰੇਜ਼ਾਂ ਨੇ ਇਨ੍ਹਾਂ ਪਿੰਡਾਂ ਨੂੰ ਅੱਗ ਲਾ ਕੇ ਪੂਰੀ ਤਰ੍ਹਾਂ
ਉਜਾੜ ਦਿੱਤਾ। ਹਿਸਾਰ ਜ਼ਿਲ੍ਹੇ ਵਿੱਚ ਵੀ ਦਿੱਲੀ ਦੇ ਆਜ਼ਾਦ ਹੋਣ ਮਗਰੋਂ ਬਗਾਵਤ ਫੈਲ ਗਈ। ਝਾਂਸੀ ਵਿੱਚ ਹੁਕਮ ਚੰਦ, ਕਾਨੂੰਨ ਗੌਰ ਅਤੇ ਮਿਰਜ਼ਾ ਮੁਨੀਰ ਬੇਰਾਮ ਨੇ ਬਾਗੀਆਂ ਦੀ ਅਗਵਾਈ ਕੀਤੀ। ਉਹਨਾਂ ਨੇ ਅੰਗਰੇਜ਼ੀ ਫੌਜ ਨੇ ਫੜ ਕੇ ਫਾਂਸੀ ਲਾ ਦਿੱਤਾ ਅਤੇ ਇਹਨਾਂ ਦੀਆਂ ਲਾਸ਼ਾਂ ਵੀ ਪਰਿਵਾਰਾਂ ਨੂੰ ਨਾ ਦਿੱਤੀਆਂ। ਇੱਥੋਂ ਦੇ ਪਿੰਡ ਰੋਹਤਾਨ, ਪੁੱਠੀ ਕਲਾਂ, ਮੰਗਾਲੀ, ਬਾਟੋਲ ਅਤੇ ਹੋਰ ਵੀ ਕਈ ਪਿੰਡਾਂ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ਗਿਆ। ਬਹੁਤ ਸਾਰੇ ਦੇਸ਼ ਭਗਤਾਂ ਨੂੰ ਝਾਂਸੀ ਵਿੱਚ ਰੋਡ ਲਾਹੌਰ ਨਾਲ ਦਰੜ ਕੇ ਸ਼ਹੀਦ ਕਰ ਦਿੱਤਾ ਗਿਆ। ਪੂਰੀ ਸੜਕ ਸ਼ਹੀਦਾਂ ਦੇ ਖੂਨ ਨਾਲ ਰੰਗੀ ਹੋਈ ਅਤੇ ਇਸ ਕਰਕੇ ਹੀ ਸੜਕ ਦਾ ਨਾਂ ਲਾਲ ਸੜਕ ਪੈ ਗਿਆ। ਹਿਸਾਰ ਸ਼ਹਿਰ ਵਿੱਚ ਵੀ 2000 ਬਾਗੀ ਦੇਸ਼ ਭਗਤਾਂ ਮੁਹੰਮਦ ਅਜ਼ੀਜ਼ ਦੀ ਅਗਵਾਈ ਹੇਠ ਅੰਗਰੇਜ਼ਾਂ ਖਿਲਾਫ ਲੜੇ ਅਤੇ 133 ਦੇਸ਼ ਭਗਤਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਪਾਣੀਪਤ ਵਿਖੇ ਅਲੀ ਕਲੰਦਰ ਦੀ ਦਰਗਾਹ ਇੱਕ ਤਰ੍ਹਾਂ ਨਾਲ ਬਾਗੀਆਂ ਦਾ ਗੜ੍ਹ ਸੀ। ਇਹ ਜਰਨੈਲੀ ਸੜਕ 'ਤੇ ਹੋਣ ਕਰਕੇ ਇੱਥੇ ਬਹੁਤ ਭਾਰੀ ਲੜਾਈ ਹੋਈ ਅਤੇ ਸੈਂਕੜੇ ਦੇਸ਼ ਭਗਤ ਮਾਰੇ ਗਏ। ਅਲੀ ਕਲੰਦਰ ਨੂੰ ਫਾਂਸੀ ਦੇ ਦਿੱਤੀ ਗਈ। ਕਰਨਾਲ ਜ਼ਿਲ੍ਹੇ ਵਿੱਚ ਵੀ ਬਲਾਂ, ਵਾਸਾਂ ਅਤੇ ਐਸਬੰਦ ਪਿੰਡਾਂ ਵਿੱਚ ਬਗਾਵਤ ਹੋਈ। ਥਾਨੇਸਰ ਵਿੱਚ ਵੀ ਲੋਕਾਂ ਨੇ ਵਿਦਰੋਹ ਕੀਤਾ ਅਤੇ ਉਹ ਬੜੀ ਬਹਾਦਰੀ ਨਾਲ ਲੜੇ। ਇੱਥੇ ਵੀ 135 ਦੇਸ਼ ਭਗਤ ਸ਼ਹੀਦ ਹੋ ਗਏ। ਅੰਬਾਲਾ ਜ਼ਿਲ੍ਹੇ ਦੀ ਰਿਆਸਤ ਗੱਦੀ ਕੋਤਾਹ ਦੇ ਨਵਾਬ ਨੇ ਵੀ ਲੋਕਾਂ ਨਾਲ ਮਿਲ ਅੰਗਰੇਜ਼ਾਂ ਖਿਲਾਫ ਬਗਾਵਤ ਕੀਤੀ, ਪਰ ਉਹ ਅੰਗਰੇਜ਼ਾਂ ਦਾ ਮੁਕਾਬਲਾ ਨਹੀਂ ਕਰ ਸਕੇ। ਸੋਨੀਪਤ ਜ਼ਿਲ੍ਹੇ ਦੇ ਪਿੰਡਾਂ ਵਿੱਚ ਬਿਲਾਸਪੁਰ, ਕੁੰਡਲੀ, ਬਹਲਵਗੜ੍ਹ, ਖਾਮਪੁਰ, ਅਲੀਪੁਰ ਅਤੇ ਅਹਿਮਦਪੁਰ ਵਿੱਚ ਅੰਗਰੇਜ਼ਾਂ ਨੇ ਉਦਮੀ ਰਾਮ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਵਿਦਰੋਹ ਕਰਨ ਵਾਲੇ ਪਿੰਡਾਂ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ਗਿਆ। ਅਲੀਪੁਰ ਪਿੰਡ ਦੇ ਤੁਲਸੀ ਰਾਮ ਅਤੇ ਹੰਸਰਾਜ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ, ਉਹਨਾਂ ਦੇ ਨਾਂ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਇਸ ਬਗਾਵਤ ਨੂੰ ਭਾਵੇਂ ਅੰਗਰੇਜ਼ਾਂ ਨੇ ਆਪਣੇ ਕੁਝ ਪਿੱਠੂ ਦੇਸ਼ੀ ਰਾਜਿਆਂ ਦੀ ਮਦਦ ਨਾਲ ਦਬਾ ਦਿੱਤਾ, ਫਿਰ ਵੀ ਲਾਲ ਕਿਲ੍ਹੇ ਤੋਂ ਲੈ ਕੇ ਪੂਰੇ ਉੱਤਰੀ ਭਾਰਤ ਦੇ ਦੂਰ ਦਿਹਾੜੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਰੁੱਖਾਂ ਨਾਲ ਲਟਕ ਰਹੀਆਂ ਗੁੰਮਰਾਮ ਸੈਂਕੜੇ ਦੇਸ਼ ਭਗਤਾਂ ਦੀਆਂ ਲਾਸ਼ਾਂ ਆਜ਼ਾਦੀ ਦੀ ਇਸ ਪਹਿਲੀ ਜੰਗ ਦੇ ਜੋਸ਼ ਨੂੰ ਬਿਆਨ ਕਰਦੀਆਂ ਸਨ। 1857 ਈਸਵੀ ਦੀ ਬਗਾਵਤ ਤੋਂ ਪ੍ਰੇਰਨਾ ਲੈ ਕੇ 20ਵੀਂ ਸਦੀ ਦੇ ਸ਼ੁਰੂ ਵਿੱਚ ਗਦਰੀ ਦੇਸ਼ ਭਗਤ ਬਾਹਰਲੇ ਦੇਸ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਏ। ਇਹਨਾਂ ਲੜੀ ਸ਼ਹੀਦ ਭਗਤ ਸਿੰਘ ਵਰਗੇ ਇਨਕਲਾਬੀਆਂ ਤੱਕ ਅੱਗੇ ਚੱਲਦੀ ਰਹੀ। ਇਹਨਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਬੇਕਾਰ ਨਹੀਂ ਗਈਆਂ,
ਸਗੋਂ ਬਾਅਦ ਦੇ ਸਾਲਾਂ ਵਿੱਚ ਰਾਸ਼ਟਰੀ ਅੰਦੋਲਨ ਦਾ ਹੋਰ ਵਿਕਸਤ ਜਥੇਬੰਦਕ ਅਤੇ ਨਿਖਰਿਆ ਰੂਪ ਸਾਹਮਣੇ ਆਇਆ ਅਤੇ ਆਖਿਰ 1947 ਵਿੱਚ ਆਜ਼ਾਦੀ ਮਿਲੀ। ਸਾਨੂੰ ਸਾਡੀ ਇਸ ਅਮੀਰ ਵਿਰਾਸਤ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਵੀਡੀਓ ਨੂੰ ਦੇਖੋ, ਸੁਣੋ ਤੇ ਸਮਝੋ। ਜੇ ਨਾ ਸਮਝਾਏ ਮੈਥੋਂ ਪੁੱਛ ਸਕਦੇ ਹੋ।